ਹੈਲੋ ਡੀਅਰ ਸਟੂਡੈਂਟਸ, ਹਾਊ ਆਰ ਯੂ। ਲਾਸਟ ਟੌਪਿਕ ਦੇ ਵਿੱਚ ਅਸੀਂ ਗੱਲ ਕੀਤੀ ਸੀ ਗਲੀਲੀਓਜ਼ ਲਾ ਆਫ ਇਨਰਸ਼ੀਆ, ਜਿਸ ਦੇ ਵਿੱਚ ਇਨਰਸ਼ੀਆ ਨੂੰ ਡਿਫਾਈਨ ਕੀਤਾ ਸੀ। ਗਲੀਲੀਓ ਦੇ ਲਾ ਆਫ ਇਨਰਸ਼ੀਆ ਤੋਂ ਹੀ ਜੋ ਉਸਦੇ ਕਨਸੈਪਟ ਸੀ ਤੋਂ ਨਿਊਟਨ ਲਾਜ਼ ਆਫ ਮੋਸ਼ਨ ਦਾ ਬੇਸ ਬਣਿਆ। ਤਾਂ ਗਲੀਲੀਓ ਦੇ ਲਾ ਆਫ ਇਨਰਸ਼ੀਆ ਤੋਂ ਨਿਊਟਨ ਨੇ 3 ਲਾਜ਼ ਸਟੇਟ ਕੀਤੇ। ਜੋ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ, ਨਿਊਟਨ ਫਸਟ ਲਾ ਆਫ ਮੋਸ਼ਨ। ਨਿਊਟਨ ਫਸਟ ਲਾ ਕੀ ਸਟੇਟ ਕਰਦਾ ਹੈ, ਆਲਮੋਸਟ ਬਿਲਕੁਲ ਸੇਮ ਹੈ ਜੋ ਗਲੀਲੀਓ ਲਾ ਆਫ ਇਨਰਸ਼ੀਆ ਦੇ ਵਿੱਚ ਸੀ ਕਿ ਐਵਰੀ ਬॉडी continues to be in state of rest or of uniform motion in a straight line unless it is compelled by some external force। ਕਿ ਕੋਈ ਵੀ ਬੋਡੀ ਜੋ ਹੈ ਉਹ ਉਹਨਾਂ ਚਿਰ ਆਪਣੀ ਸਟੇਟ ਦੇ ਵਿੱਚ ਰਹੇਗੀ, ਜੇ ਰੈਸਟ ਦੇ ਵਿੱਚ ਹੈ ਤਾਂ ਰੈਸਟ ਦੇ ਵਿੱਚ ਰਹੇਗੀ। ਇਹੀ ਅਸੀਂ ਗਲੀਲੀਓ ਲਾ ਆਫ ਇਨਰਸ਼ੀਆ ਦੇ ਵਿੱਚ ਸਟੇਟ ਕੀਤਾ ਸੀ। ਔਰ ਯੂਨੀਫਾਰਮ ਮੋਸ਼ਨ ਦੇ ਵਿੱਚ ਹੈ ਤਾਂ ਉਸ ਸਟੇਟ ਦੇ ਵਿੱਚ ਰਹੇਗੀ ਅਨਲੈਸ ਇਟ ਇਜ਼ ਕੰਪੈਲਡ ਬਾਈ ਸਮ ਐਕਸਟਰਨਲ ਫੋਰਸ, ਜਿੰਨਾ ਚਿਰ ਉਸ 'ਤੇ ਅਸੀਂ ਕੋਈ ਐਕਸਟਰਨਲ ਫੋਰਸ ਨਹੀਂ ਲਗਾਉਂਦੇ। ਠੀਕ ਹੈ ਜੀ। ਤਾਂ ਇਸ ਨੂੰ ਇੱਕ ਐਗਜ਼ਾਮਪਲ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਕ ਕਾਰ ਹੈ। ਦੇਖੋ, ਚਲੋ ਸਟਾਰਟ ਕਰਦੇ ਹਾਂ ਜੀ ਵਿਦ ਕਾਰ ਐਟ ਰੈਸਟ। ਕਿ ਕਾਰ ਕਿਸ ਸਟੇਟ 'ਚ ਹੈ? ਕਾਰ ਐਟ ਰੈਸਟ। ਹੁਣ ਜੇ ਇਹ ਰੈਸਟ ਦੀ ਸਟੇਟ ਦੇ ਵਿੱਚ ਹੈ ਤਾਂ ਇਹ ਰੈਸਟ ਦੀ ਸਟੇਟ ਦੇ ਵਿੱਚ ਹੀ ਰਹੇਗੀ, ਆਪਣੇ ਆਪ ਤਾਂ ਮੂਵ ਨਹੀਂ ਕਰੇਗੀ ਨਾ। ਠੀਕ ਹੈ। ਤਾਂ ਜੇ ਰੈਸਟ ਦੀ ਸਟੇਟ ਦੇ ਵਿੱਚ ਹੈ ਤਾਂ ਕੰਟੀਨਿਊ ਟੂ ਬੀ ਇਨ ਦਾ ਸਟੇਟ ਆਫ ਰੈਸਟ। ਇਹਦੇ ਵਿੱਚ ਇਹਦੇ ਉੱਪਰ ਐਕਸਟਰਨਲ ਫੋਰਸ ਕਿੰਨਾ ਹੈ? ਐਕਸਟਰਨਲ ਫੋਰਸ ਇਜ਼ 0। ਕੋਈ ਐਕਸਟਰਨਲ ਫੋਰਸ ਨਹੀਂ ਲੱਗ ਰਿਹਾ। ਠੀਕ ਹੈ। ਜਦੋਂ ਫਿਰ ਅਸੀਂ ਇਸ ਨੂੰ ਮੋਸ਼ਨ ਦੇ ਵਿੱਚ ਲੈ ਕੇ ਆਵਾਂਗੇ, ਸਪੋਜ਼ ਕਰੋ ਜੀ ਅਸੀਂ ਇਸ ਨੂੰ ਸਟਾਰਟ ਕਰਦੇ ਹਾਂ। ਠੀਕ ਹੈ। ਤੇ ਇਸ ਦਾ ਜੋ ਇੰਜਨ ਹੈ ਇਸ ਦੇ ਉੱਪਰ ਫੋਰਸ ਲਗਾਉਂਦਾ ਹੈ, ਕਾਰ ਸਟਾਰਟਸ ਮੂਵਿੰਗ ਤੇ ਇਸ ਦੀ ਸਪੀਡ ਜੋ ਹੈ ਇਨਕਰੀਜ਼ ਹੁੰਦੀ ਹੈ, ਤਾਂ ਉਸ ਨੂੰ ਅਸੀਂ ਕੀ ਕਵਾਂਗੇ? ਐਕਸਲਰੇਟ ਹੁੰਦੀ ਹੈ। ਕਾਰ ਸਟਾਰਟਸ ਮੂਵਿੰਗ ਵਿਦ ਸਮ ਐਕਸਲਰੇਸ਼ਨ। ਤੇ ਜਦੋਂ ਐਕਸਲਰੇਸ਼ਨ ਇਹਦੇ ਵਿੱਚ ਹੈ ਤਾਂ ਇਹਦਾ ਮਤਲਬ ਜੋ ਇਸ ਦਾ ਇੰਜਨ ਹੈ ਉਹ ਫੋਰਸ ਲਗਾ ਰਿਹਾ, ਐਕਸਟਰਨਲ ਫੋਰਸ ਨੋਟ 0। ਐਕਸਟਰਨਲ ਫੋਰਸ ਲੱਗ ਰਹੀ ਹੈ ਜੀ। ਠੀਕ ਹੈ। ਤੇ ਇਸ ਦੇ ਉੱਪਰ ਫੋਰਸ ਵੀ ਲੱਗ ਰਹੀ ਹੈ। ਠੀਕ ਹੈ। ਤੇ ਫੋਰਸ ਆਫ ਫ੍ਰਿਕਸ਼ਨ ਵੀ ਲੱਗ ਰਹੀ ਹੈ। ਦੋਨੋਂ ਫੋਰਸਿਸ ਲੱਗ ਰਹੀਆਂ, ਬਟ ਜੋ ਐਕਸਟਰਨਲ ਫੋਰਸ ਅਸੀਂ ਲਗਾ ਰਹੇ ਹਾਂ ਫ੍ਰਿਕਸ਼ਨ ਤੋਂ ਗ੍ਰੇਟਰ ਹੈ। ਇਹ ਅਸੀਂ ਆਉਣ ਵਾਲੇ ਚੈਪਟਰ ਦੇ ਵਿੱਚ ਫ੍ਰਿਕਸ਼ਨ ਦੇ ਵਿੱਚ ਡਿਸਕਸ ਕਰਾਂਗੇ। ਹੁਣ ਸਪੋਜ਼ ਕਰੋ ਕਿ ਕਾਰ ਦੀ ਸਪੀਡ ਇਨਕਰੀਜ਼ ਕਰਕੇ ਇੰਨੀ ਹੋ ਗਈ, ਰੋਡ ਬਿਲਕੁਲ ਸਟ੍ਰੇਟ ਹੈ, ਖਾਲੀ ਹੈ, ਤੁਸੀਂ ਉਹਦੇ 'ਤੇ ਆਰਾਮ ਨਾਲ ਯੂਨੀਫਾਰਮਲੀ ਮੂਵ ਕਰ ਸਕਦੇ ਹੋ। ਠੀਕ ਹੈ। ਤਾਂ ਕਾਰ ਅਸੀਂ ਇੱਕ ਫਿਕਸਡ ਸਪੀਡ 'ਤੇ ਮੂਵ ਕਰਵਾ ਰਹੇ ਹਾਂ ਕਿ ਕਾਰ ਜੋ ਹੈ ਹੁਣ ਉਹ 70 ਕਿਲੋਮੀਟਰ ਪਰ ਆਵਰ 'ਤੇ ਮੂਵ ਕਰ ਰਹੀ ਹੈ। ਠੀਕ ਹੈ। ਤਾਂ ਕਾਰ ਇਜ਼ ਮੂਵਿੰਗ ਵਿਦ ਯੂਨੀਫਾਰਮ ਵੈਲੋਸਿਟੀ। ਦੇਖੋ, ਯੂਨੀਫਾਰਮ ਵੈਲੋਸਿਟੀ ਦੀ ਅਸੀਂ ਗੱਲ ਕਰ ਰਹੇ ਹਾਂ ਕਿਉਂਕਿ ਉਸ ਦੀ ਡਾਇਰੈਕਸ਼ਨ ਵੀ ਚੇਂਜ ਨਹੀਂ ਕਰ ਰਹੀ। ਉਹਨੇ ਕਿਹਾ ਕਿ ਯੂਨੀਫਾਰਮ ਮੋਸ਼ਨ ਇਨ ਸਟ੍ਰੇਟ ਲਾਈਨ, ਜੋ ਸਟੇਟਮੈਂਟ ਦੇ ਵਿੱਚ ਮੂਵਿੰਗ ਵਿਦ ਯੂਨੀਫਾਰਮ ਵੈਲੋਸਿਟੀ, ਕਿ ਉਸ ਦੀ ਡਾਇਰੈਕਸ਼ਨ ਵੀ ਚੇਂਜ ਨਹੀਂ ਕਰਨੀ ਚਾਹੀਦੀ। ਚਲੋ 70 ਕਿਲੋਮੀਟਰ ਪਰ ਆਵਰ ਜਾਂ 80 ਕਿਲੋਮੀਟਰ ਪਰ ਆਵਰ ਨਾਲ ਮੂਵ ਕਰ ਰਹੀ ਹੈ। ਠੀਕ ਹੈ। ਤਾਂ ਇਸ ਸਟੇਟ ਦੇ ਵਿੱਚ ਕੀ ਹੁੰਦਾ ਹੈ ਕਿ ਜੋ ਉਸ ਦੇ ਉੱਪਰ ਫੋਰਸ ਲੱਗ ਰਿਹਾ, ਠੀਕ ਹੈ, ਜੋ ਇੰਜਨ ਫੋਰਸ ਲਗਾ ਰਿਹਾ, ਉਹ ਫੋਰਸ ਆਫ ਫ੍ਰਿਕਸ਼ਨ ਦੇ ਨਾਲ ਜੋ ਰਗੜ ਵਾਲਾ ਹੈ ਉਸ ਦੇ ਨਾਲ ਬੈਲੈਂਸ ਹੋ ਰਿਹਾ ਹੈ ਕਿ ਉਸ ਦੇ ਉੱਪਰ ਨੈਟ ਫੋਰਸ, ਜੇ ਫੋਰਸ ਵਧੇਗਾ ਤਾਂ ਫਿਰ ਉਹ ਐਕਸਲਰੇਟ ਹੋਏਗੀ, ਫੋਰਸ ਘਟੇਗਾ ਤਾਂ ਫਿਰ ਉਹ ਡੀ ਐਕਸਲਰੇਟ ਹੋਏਗੀ। ਠੀਕ ਹੈ। ਤਾਂ ਮੂਵਿੰਗ ਵਿਦ ਯੂਨੀਫਾਰਮ ਵੈਲੋਸਿਟੀ ਹੈ। ਤਾਂ ਇਸ ਕੇਸ ਦੇ ਵਿੱਚ ਐਕਸਟਰਨਲ ਫੋਰਸ ਕੀ ਹੈ? ਐਕਸਟਰਨਲ ਫੋਰਸ ਇਜ਼ 0। ਤਾਂ ਜਦੋਂ ਯੂਨੀਫਾਰਮ ਵੈਲੋਸਿਟੀ ਦਾ ਕੇਸ ਹੋਏਗਾ, ਨੈਟ ਐਕਸਟਰਨਲ ਫੋਰਸ ਜ਼ਿਆਦਾ ਬੈਟਰ ਵਰਡ ਰਹੇਗਾ ਕਿ ਨੈਟ ਐਕਸਟਰਨਲ ਫੋਰਸ ਇਜ਼ 0। ਤਾਂ ਇਸ ਦੇ ਵਿੱਚ ਨੈਟ ਐਕਸਟਰਨਲ ਫੋਰਸ ਜੋ ਹੈ 0 ਨਹੀਂ ਹੈ। ਠੀਕ ਹੈ। ਜਦੋਂ ਐਕਸਲਰੇਟ ਕਰ ਰਹੀ ਹੈ। ਤਾਂ ਹੁਣ ਫਿਰ ਦੇਖੋ ਜੀ, ਕਾਰ ਜੋ ਹੈ ਅਸੀਂ ਸਟਾਪ ਕਰਨੀ ਹੈ। ਤੇ ਜਦੋਂ ਸਟਾਪ ਹੋਏਗੀ ਫਿਰ ਕੀ ਸਿਚੁਏਸ਼ਨ ਹੋਏਗੀ? ਤਾਂ ਉਸ ਸਿਚੁਏਸ਼ਨ ਦੇ ਵਿੱਚ ਫਿਰ ਕਾਰ ਦੇ ਉੱਪਰ ਜੋ ਹੈ ਫੋਰਸ ਲੱਗ ਰਹੀ ਹੈ। ਠੀਕ ਹੈ। ਤਾਂ ਹੁਣ ਜਦੋਂ ਅਸੀਂ ਇਸ ਨੂੰ ਸਟਾਪ ਕਰਨਾ ਹੈ ਤਾਂ ਅਸੀਂ ਬ੍ਰੇਕ ਲਗਾਵਾਂਗੇ। ਤਾਂ ਜਦੋਂ ਬ੍ਰੇਕ ਲਗਾਵਾਂਗੇ ਤਾਂ ਫਿਰ ਕੀ ਹੋਏਗੀ? ਕਾਰ ਡੀ ਐਕਸਲਰੇਟ ਹੋਏਗੀ। ਠੀਕ ਹੈ। ਉਸ ਦੀ ਸਪੀਡ ਘਟੇਗੀ। ਠੀਕ ਹੈ। ਤਾਂ ਉਹਦੇ ਉੱਪਰ ਜੋ ਫ੍ਰਿਕਸ਼ਨਲ ਫੋਰਸ ਲੱਗ ਰਹੀ ਹੈ ਤੇ ਜੋ ਕਾਰ ਦਾ ਇੰਜਨ ਫੋਰਸ ਲਗਾ ਰਿਹਾ, ਦੋਨੋਂ ਰਿਵਰਸ ਡਾਇਰੈਕਸ਼ਨ ਦੇ ਵਿੱਚ, ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਫੋਰਸ ਲੱਗ ਰਹੀ ਹੈ। ਕਾਰ ਦਾ ਇੰਜਨ ਵੀ ਲਗਾ ਰਿਹਾ ਤੇ ਫੋਰਸ ਆਫ ਫ੍ਰਿਕਸ਼ਨ ਵੀ, ਦੋਨੋਂ ਕਾਰ ਨੂੰ ਰੋਕ ਰਹੇ। ਚਲੋ ਜੇ ਅਸੀਂ ਇੰਜਨ ਸਵਿਚ ਆਫ ਵੀ ਕਰ ਦਈਏ ਤਾਂ ਵੀ ਤਾਂ ਫ੍ਰਿਕਸ਼ਨ ਉਸ ਨੂੰ ਸਟਾਪ ਕਰੇਗਾ ਨਾ। ਤਾਂ ਇਸ ਕੇਸ ਦੇ ਵਿੱਚ ਜੋ ਨੈਟ ਐਕਸਟਰਨਲ ਫੋਰਸ ਹੈ ਉਹ ਫਿਰ 0 ਨਹੀਂ ਹੈ। ਠੀਕ ਹੈ। ਤਾਂ ਉਸ ਦੇ ਉੱਪਰ ਨੈਟ ਐਕਸਟਰਨਲ ਫੋਰਸ ਲੱਗ ਰਹੀ ਹੈ। ਚਲੋ
जो नैट एक्सटर्नल फोर्स लग रही है वो न्यूटन फस्ट ला का केस नहीं है। तो न्यूटन फस्ट ला दे विच असीं किहड़े केस नूं डिस्कस करते हैं जी, फस्ट केस ते थर्ड केस, कि जदों कार रैसट दे विच है, ठीक है, तो जदों कार मूव कर रही है विद यूनीफॉर्म वेलोसिटी, तो दोनों केसिस दे विच नैट एक्सटर्नल फोर्स की है जी बॉडी के उपर 0 है, ठीक है। तो जो फोर्स लग रही है, कार एक्सलरेट हो रही है, उसकी स्पीड बढ़ रही है, या कार डी एक्सलरेट हो रही है, उसकी स्पीड डिक्रीज हो रही है, इसनूं असीं न्यूटन सैकेंड ला दे विच जाके डिस्कस करांगे कि फोर्स बारे न्यूटन सैकेंड ला की कहंदा है। तो एक होर बड़ा इंपॉर्टेंट जो इस ते ऑब्जरवेशन है न्यूटन फस्ट ला ते बेस्ड, वो असीं इत्थे डिस्कस करते हैं कि सपोज करो कि एक परसन बस दे विच बैठा होया या तुसीं बस दे विच बैठे होए हो, तो की हुंदा है कि जदों बस सडनली स्टार्ट करती है, उसनूं एक झटका लगदा है ना, बस सडनली स्टार्ट हो गई, तो किहड़े पासे वल झटका लगदा है जी, उसकी बॉडी किहड़े पासे वल फॉल करती है, तो उसकी बॉडी जिहड़ी है पिछे वल नूं फॉल करती है। तो यही जे बस सडनली रुक जाती है, चलती बस ते अचानक ब्रेक लग जाती है, तो जो उनदे विच बैठे पैसेंजरस है, जो परसनस है, उन्होंने उपर अगे वल नूं बॉडी जिहड़ी है वो जर्क करती है, ठीक है, झटका लगता है। देखो कि जो बस सडनली स्टार्ट होगी तो उस परसन की जो लोअर बॉडी है वो बस के नाल टच दे विच है, ठीक है, जिथे फ्रिक्शन काम करता है। तो जो बस सडनली स्टार्ट होंदी है तो लोअर बॉडी भी उहदे नाल टच दे विच है, तो वो उहदे नाल ही मूव करती है, क्योंकि ह्यूमन बॉडी फ्लैक्सीबल है, रिजिड नहीं ना हैगी, ठीक है। सारी बॉडी मतलब उपरला पार्ट जिहड़ा है कल्ला बैंड कर सकता है, तो जो लोअर बॉडी मूव करती है अगे वाल नूं, तो अपर बॉडी उस जगह ते रहने की कोशिश करती है, क्योंकि रेस्ट च है ना, तो रेस्ट च रहने की कोशिश करती है। अपर बॉडी उत्थे ही रह जाती है, लोअर बॉडी अगे वाल मूव करती है, तो सानूं पिछे वाल झटका लगता है, ठीक है। तो लोअर बॉडी जिहड़ी है वो बस दे नाल कॉन्टैक्ट दे विच है, तो वो मोशन च आ जाती है, ठीक है। तो इहनूं असीं किवें एक्सप्लेन करांगे जी, देखो जी, लोअर पार्ट ऑफ द बॉडी इज़ इन कॉन्टैक्ट विद द बस, बस दे नाल कॉन्टैक्ट दे विच है, एंड कम्स इनटू मोशन, तो उहदे नाल ही मोशन दे विच आ जांदा है। ਜਦੋਂ कि जिहड़ा अपर पार्ट ऑफ द बॉडी है दैट ट्राइज टू बी इन द स्टेट ऑफ रेस्ट, अपर पार्ट रेस्ट दे विच रहने की कोशिश करता है ड्यू टू इनर्शिया, ड्यू टू न्यूटन फस्ट लॉज एक्सप्लेनेशन, तो देयरफॉर इट फॉल्स बैकवर्ड, उहदे ते झटका लगता है। एक्चुअल दे विच ध्यान नाल सोचो की हो रहा है कि उपरला पार्ट पिछे वाल नूं नहीं जा रहा, उपरला पार्ट उत्थे ही है, ठीक है। जिहड़ा निचला पार्ट है ना बॉडी का वो नीचों अगे वाल नूं जा रहा है, ठीक है। असीं कह दिंदे हैं कि अपर पार्ट फॉल्स बैकवर्ड, वो सानूं लगदा है, एक्चुअल दे विच निचला पार्ट जिहड़ा अगे वाल नूं मूव कर रहा है, उपरला पार्ट उत्थे रहने की कोशिश कर रहा है, तां साडी बॉडी जिहड़ी है पिछे वाल नूं जांदी है, ठीक है। गल समझ लग रही है। इसी तरह जे सडनली ब्रेक लगते हैं तो वो तुसीं अपने आप एक्सप्लेन करना है जी, ठीक है। वैन बस सडनली स्टॉप्स पैसेंजर्स फॉल्स फॉरवर्ड, कई बार बहुत ज़्यादा जबरदस्त ब्रेक लग जाए तो अगे जाके सिर भी वजदा है ना, ਤਾਂ ही कार्स ਦੇ ਵਿੱਚ सीट बेल्ट्स प्रोवाइड कीतियां ਹੁੰਦੀਆਂ। तो हम सैकेंड पार्ट इस दा जो इस तो अपोजिट है कि वैन बस स्टॉप सडनली पैसेंजर्स फॉल्स फॉरवर्ड, ये तुसीं अपने आप एक्सप्लेन करना है जी, ठीक है जी। तो ट्राई योरसैल्फ इस चीज़ को एक्सप्लेन करिया जी। तो न्यूटन सैकेंड लॉ ਨੂੰ स्टार्ट करने तो पहला ਅਸੀਂ एक टॉपिक करते हैं जी लीनियर मोमेंटम। तो लीनियर मोमेंटम ਹੁੰਦਾ जी कोई बॉडी मूव कर रही है विद वेलोसिटी v, तो लीनियर मोमेंटम ਹੁੰਦਾ जी मास ऑफ द बॉडी एंड वेलोसिटी ऑफ द बॉडी दी प्रोडक्ट, ठीक है। तो ਅਸੀਂ कंसीडर कर रहे हैं, कंसीडर अ बॉडी ऑफ मास m एंड इज मूविंग विद वेलोसिटी v, ठीक है। तो इट्स लीनियर मोमेंटम इज प्रोडक्ट ऑफ मास एंड वेलोसिटी, लीनियर मोमेंटम इज इक्वल टू m इंटू v, ठीक है। ये वैक्टर क्वांटिटी है, तो इसनूं वैक्टर फॉर्म दे विच भी असीं एक्सप्रैस कर सकते हैं, क्योंकि वेलोसिटी वैक्टर क्वांटिटी है ना, वेलोसिटी नाल प्रोडक्ट है, इट इज़ वैक्टर क्वांटिटी। तो इसनूं असीं वैक्टर फॉर्म दे विच भी लिख सकते हैं। वैक्टर फॉर्म दे विच किवें लिखांगे, p इज़ इक्वल टू एम वी, वेलोसिटी के उपर वैक्टर आएगा, ठीक है। तो इसके SI यूनिट्स की होणगे, जे असीं SI यूनिट्स की गल करिए इस एक्सप्रैशन तो फाइंड करांगे p इज़ इक्वल टू एम वी तो कि p इज़ इक्वल टू एम वी। सपोज करो मास है SI सिस्टम दे विच असीं 1 किलोग्राम का मास लै रहे हैं, ठीक है। वेलोसिटी SI सिस्टम दे विच कि बॉडी 1 मीटर पर सैकेंड की वेलोसिटी नाल मूव कर रही है, 1 किलोग्राम मास की बॉडी 1 मीटर पर सैकेंड की वेलोसिटी नाल मूव कर रही है, तो इस दे यूनिट बन जाएंगे किलोग्राम मीटर पर सैकेंड। तो
SI ਸਿਸਟਮ ਦੇ ਵਿੱਚ ਇਸ ਦੇ ਯੂਨਿਟ ਹੋਣਗੇ ਕਿਲੋਗ੍ਰਾਮ ਮੀਟਰ ਪਰ ਸੈਕਿੰਡ। ਤੇ ਜੇ ਅਸੀਂ CGS ਸਿਸਟਮ ਦੀ ਗੱਲ ਕਰੀਏ ਤਾਂ CGS ਸਿਸਟਮ ਦੇ ਵਿੱਚ ਇਸ ਦੇ ਯੂਨਿਟ ਹੋਣਗੇ ਕਿਲੋਗ੍ਰਾਮ ਦੀ ਜਗ੍ਹਾ ਤੇ ਆ ਜਾਏਗਾ ਜੀ ਗ੍ਰਾਮ, ਠੀਕ ਹੈ, ਗ੍ਰਾਮ ਸੈਂਟੀਮੀਟਰ ਪਰ ਸੈਕਿੰਡ। ਕਲੀਅਰ। ਹੁਣ ਮੋਮੈਂਟਮ ਐਕਚੁਅਲੀ ਕੀ ਹੈ, ਸੁਣੋ ਜੀ ਧਿਆਨ ਨਾਲ। ਅਸੀਂ ਕੰਪੇਅਰ ਕਰਦੇ ਹਾਂ ਜੀ। ਸਪੋਜ਼ ਕਰੋ ਕਿ ਸਾਡੇ ਕੋਲ ਦੋ ਬੋਡੀਜ਼ ਹੈ, ਠੀਕ ਹੈ। ਇੱਕ ਅਸੀਂ ਲੈ ਰਹੇ ਹਾਂ ਕਿ ਲਾਈਟ ਵੇਟ ਵਹੀਕਲ ਹੈ, ਕਾਰ ਹੈ, ਤੇ ਦੂਸਰਾ ਅਸੀਂ ਲੈ ਰਹੇ ਹਾਂ ਜੀ ਹੈਵੀ ਟਰੱਕ ਹੈ। ਹੁਣ ਕਾਰ ਤੇ ਹੈਵੀ ਟਰੱਕ ਦੇ ਵਿੱਚ ਤਾਂ ਬਹੁਤ ਫਰਕ ਹੈ ਜੀ, ਠੀਕ ਹੈ। ਦੋਨੋਂ ਸਪੋਜ਼ ਕਰੋ ਐਟ ਰੈਸਟ ਹੈ, ਠੀਕ ਹੈ, ਬੋਥ ਆਰ ਐਟ ਰੈਸਟ। ਜਦੋਂ ਅਸੀਂ ਦੋਨਾਂ ਨੂੰ ਮੋਸ਼ਨ ਦੇ ਵਿੱਚ ਲੈ ਕੇ ਆਉਣਾ ਹੈ, ਦੇਖੋ ਅਸੀਂ ਨਿਊਟਨ ਸੈਕਿੰਡ ਲਾਅ ਦਾ ਬੇਸ ਬਣਾ ਰਹੇ ਹਾਂ ਜੀ। ਹੁਣ ਕਿਉਂਕਿ ਨਿਊਟਨ ਸੈਕਿੰਡ ਲਾਅ ਜਿਹੜਾ ਹੈ ਮੋਮੈਂਟਮ ਨਾਲ ਰਿਲੇਟਡ ਹੈ, ਤਾਂ ਗੱਲ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਆ ਜੀ। ਅਸੀਂ 2-3 ਐਗਜ਼ਾਮਪਲਸ ਦੇ ਨਾਲ ਨਿਊਟਨ ਸੈਕਿੰਡ ਲਾਅ ਤੇ ਜੋ ਕਿ ਉਹ ਸਟੇਟ ਕਰਦਾ ਹੈ ਉਸ ਦੀ ਸਟੇਟਮੈਂਟ ਤੱਕ ਪਹੁੰਚ ਰਹੇ ਹਾਂ ਕਿ ਇੱਕ ਕਾਰ ਹੈ ਜੋ ਕਿ ਲਾਈਟ ਵਹੀਕਲ ਹੈ, ਠੀਕ ਹੈ, ਤੇ ਇੱਕ ਹੈਵੀ ਟਰੱਕ ਹੈ। ਦੋਨੋਂ ਰੈਸਟ ਦੇ ਵਿੱਚ ਹੈ ਸਟਾਰਟਿੰਗ ਤੇ। ਅਸੀਂ ਦੋਨੋਂ ਨੂੰ ਮੋਸ਼ਨ ਦੇ ਵਿੱਚ ਲੈ ਕੇ ਆਉਣਾ ਹੈ, ਠੀਕ ਹੈ। ਤੇ ਇੱਕੋ ਜਿੰਨੀ ਸਪੀਡ ਅਸੀਂ ਦੋਨਾਂ ਦੀ ਕਹਿੰਦੇ ਹਾਂ ਕਿ ਦੋਨੇ ਸੇਮ ਸਪੀਡ ਤੇ ਮੂਵ ਕਰਨ। ਤੇ ਫੋਰਸ ਅਪਲਾਈ ਕਰਾਂਗੇ ਤਾਂ ਫੋਰਸ ਅਪਲਾਈ ਕਰ ਰਹੇ ਹਾਂ ਜੀ ਦੋਨਾਂ ਤੇ, ਕਾਰ ਤੇ ਵੀ ਲਗਾ ਰਹੇ ਹਾਂ, ਠੀਕ ਹੈ, ਤੇ ਫੋਰਸ ਇਜ਼ ਅਪਲਾਈਡ ਔਨ ਬੋਥ। ਤੇ ਦੋਨਾਂ ਤੇ ਅਸੀਂ ਫੋਰਸ ਲਗਾਤਾ। ਤਾਂ ਤੁਸੀਂ ਹੁਣ ਦੱਸੋ ਜੀ ਕਿਹਦੇ ਉੱਪਰ ਜ਼ਿਆਦਾ ਫੋਰਸ ਲਗਾਉਣਾ ਪਏਗਾ, ਕਾਰ ਤੇ ਜਿੰਦਾ ਮਾਸ ਘੱਟ ਹੈ ਕਿ ਟਰੱਕ ਤੇ ਜਿੰਦਾ ਮਾਸ ਜ਼ਿਆਦਾ ਹੈ? ਤੇ ਜੇ ਅਸੀਂ ਦੋਨੋਂ ਨੂੰ ਸੇਮ ਸਪੀਡ ਦੇ ਵਿੱਚ ਲੈ ਕੇ ਜਾਣਾ ਹੈ ਤਾਂ ਨੈਚੁਰਲੀ ਹੈ ਕਿ ਹੈਵੀ ਟਰੱਕ ਦੇ ਉੱਪਰ ਜਿਹੜਾ ਜ਼ਿਆਦਾ ਫੋਰਸ ਲਗਾਉਣਾ ਪਏਗਾ, ਠੀਕ ਹੈ। ਤਾਂ ਮੋਰ ਫੋਰਸ ਇਜ਼ ਟੂ ਬੀ applied at a truck than car to move both at same speed, ਠੀਕ ਹੈ। ਜੇ ਦੋਨਾਂ ਦੀ ਸਪੀਡ ਅਸੀਂ ਜਿਹੜੀ ਹੈ, ਜੇ ਦੋਨਾਂ ਨੂੰ ਅਸੀਂ ਇੱਕੋ ਸਪੀਡ ਦੇ ਵਿੱਚ ਲੈ ਕੇ ਆਉਣਾ ਹੈ, ਮਤਲਬ bring them both to the same speed, move both at same speed ਨਾਲੋਂ ਜ਼ਿਆਦਾ ਬੈਟਰ ਵਰਡ ਰਹੇਗਾ bring them both to the same speed, ਉਹਨਾਂ ਨੂੰ ਇੱਕੋ ਸਪੀਡ ਦੇ ਵਿੱਚ ਲੈ ਕੇ ਆਉਣ ਵਾਸਤੇ, ਠੀਕ ਹੈ। ਠੀਕ ਹੈ ਜੀ, ਇਹ ਹੋ ਗਈ ਜੀ ਐਗਜ਼ਾਮਪਲ ਨੰਬਰ 1। ਹੁਣ ਅਸੀਂ ਇੱਕ ਹੋਰ ਐਗਜ਼ਾਮਪਲ ਕੰਸੀਡਰ ਕਰਦੇ ਹਾਂ ਜੀ, ਠੀਕ ਹੈ। ਅਸੀਂ ਸਪੀਡ ਦੀ ਗੱਲ ਕਰ ਰਹੇ ਹਾਂ, ਸਪੀਡ ਵਾਸਤੇ ਇੱਕ ਹੋਰ ਐਗਜ਼ਾਮਪਲ ਦਿੰਦੇ ਹਾਂ। ਸਪੋਜ਼ ਕਰੋ ਕਿ ਇੱਕ ਬੁਲਟ ਹੈ। ਬੁਲਟ ਦਾ ਮਾਸ ਕਿੰਨਾ ਕੁ ਹੁੰਦਾ ਜੀ? ਬਹੁਤ ਘੱਟ ਮਾਸ ਹੈ ਜੀ ਬੁਲਟ ਦਾ। ਇੱਥੇ ਅਸੀਂ ਮਾਸ ਦੀ ਗੱਲ ਕੀਤੀ ਹੈ, ਹੁਣ ਅਸੀਂ ਸਪੀਡ ਦੀ ਗੱਲ ਕਰਦੇ ਹਾਂ। ਸਪੀਡ ਦਾ ਕਨਸੈਪਟ ਸਮਝਦੇ ਹਾਂ। ਜੇ ਬੁਲਟ ਨੂੰ ਫਾਇਰ ਕੀਤਾ ਜਾਂਦਾ ਗਨ ਦੇ ਨਾਲ, ਠੀਕ ਹੈ, ਤਾਂ ਉਹ ਬਹੁਤ ਜ਼ਿਆਦਾ ਸਪੀਡ ਗੇਨ ਕਰ ਲੈਂਦੀ ਹੈ। ਅਤੇ ਜਦੋਂ ਉਹ ਕਿਤੇ ਸਟਰਾਈਕ ਕਰਦੀ ਹੈ ਤਾਂ ਉਹ ਬਹੁਤ ਜ਼ਿਆਦਾ ਫੋਰਸ ਲਗਾਉਂਦੀ ਹੈ, ਠੀਕ ਹੈ, ਉਸ ਦਾ ਇੰਪੈਕਟ ਬਹੁਤ ਜ਼ਿਆਦਾ ਹੁੰਦਾ। ਅਤੇ ਜੇ ਇਹੀ ਬੁਲਟ ਨੂੰ ਗਨ ਦੇ ਵਿੱਚ ਫਾਇਰ ਕਰਨ ਦੀ ਬਜਾਏ, ਠੀਕ ਹੈ, ਅਸੀਂ ਦੀਵਾਰ ਦੇ ਉੱਪਰ ਸਟਰਾਈਕ ਕਰ ਰਹੇ ਹਾਂ, ਉਹੀ ਬੁਲਟ ਨੂੰ ਅਸੀਂ ਹੈਂਡ ਦੇ ਵਿੱਚ ਪਕੜ ਕੇ ਅਤੇ ਦੀਵਾਰ ਦੇ ਉੱਪਰ ਮਾਰੀਏ, ਠੀਕ ਹੈ, ਤਾਂ ਉਸ ਦਾ ਇੰਪੈਕਟ ਕਿੰਨਾ ਕੁ ਹੋਊਗਾ? ਕੋਈ ਖਾਸ ਇੰਪੈਕਟ ਨਹੀਂ ਹੋਣਾ, ਠੀਕ ਹੈ। ਜੇ ਬੁਲਟ ਨੂੰ ਗਨ ਦੇ ਵਿੱਚ ਪਾ ਕੇ ਫਾਇਰ ਕੀਤਾ ਜਾਂਦਾ ਹੈ ਤਾਂ ਉਸ ਦਾ ਇੰਪੈਕਟ ਬਹੁਤ ਜ਼ਿਆਦਾ ਹੈ, ਤਾਂ ਬਹੁਤ ਜ਼ਿਆਦਾ ਫੋਰਸ ਲੱਗ ਰਿਹਾ ਹੈ। ਤਾਂ ਵੈਨ bullet is fired through gun, then its impact on wall is much larger, is much greater as compared to when it is thrown with the hand on wall, ਠੀਕ ਹੈ ਨਾ। ਤੇ ਜੇ ਬੁਲਟ ਨੂੰ ਅਸੀਂ ਗਨ ਦੇ ਨਾਲ ਫਾਇਰ ਕਰਾਂਗੇ ਬਾਲ ਦੇ ਉੱਪਰ ਤਾਂ ਉਹ ਤਾਂ ਉੱਥੇ ਖੱਡਾ ਕਰ ਦੇਗੀ, ਠੀਕ ਹੈ ਨਾ, ਤਾਂ ਉਹਦਾ ਇੰਪੈਕਟ ਬਹੁਤ ਜ਼ਿਆਦਾ ਹੋਏਗਾ। ਅਤੇ ਜੇ ਅਸੀਂ ਥਰੋ ਕਰਾਂਗੇ ਵਿਦ ਹੈਂਡ ਤਾਂ ਫਿਰ ਉਸਦਾ ਇੰਪੈਕਟ ਜੋ ਹੈ ਨੈਗਲੀਜੀਬਲ ਹੋਏਗਾ। ਦੋਨੋਂ ਕੇਸਿਸ ਦੇ ਵਿੱਚ ਡਿਫਰੈਂਸ ਕੀ ਹੈ? ਉੱਪਰਲੇ ਕੇਸ ਦੇ ਵਿੱਚ ਦੇਖੋ ਸੇਮ ਸਪੀਡ ਸੀਗੀ ਅਤੇ ਦੋਨੋਂ ਸੇਮ ਸਪੀਡ 'ਤੇ ਮੂਵ ਕਰ ਰਹੇ ਹੈ, ਬਟ ਮਾਸ ਦੇ ਵਿੱਚ ਬਹੁਤ ਜ਼ਿਆਦਾ ਫਰਕ ਸੀਗਾ, ਠੀਕ ਹੈ, ਕਾਰ ਅਤੇ ਟਰੱਕ ਦੇ, ਠੀਕ ਹੈ। ਇਹੀ ਜੇ ਇਹਨਾਂ ਨੂੰ ਰੋਕਣਾ ਹੋਵੇ, ਦੋਨੋਂ ਸੇਮ ਸਪੀਡ 'ਤੇ ਆ ਰਹੇ ਹੋਣ, ਕਾਰ 'ਤੇ ਇੱਕ ਹੈਵੀ ਟਰੱਕ, ਤਾਂ ਨੈਚੁਰਲੀ ਹੈ ਕਿ ਹੈਵੀ ਟਰੱਕ ਨੂੰ ਸਟੋਪ ਕਰਨ ਲਈ ਜ਼ਿਆਦਾ ਫੋਰਸ ਚਾਹੀਦਾ ਹੋਊਗਾ, ਠੀਕ ਹੈ। ਇਸੇ ਕੇਸ ਦੇ ਵਿੱਚ ਉਵੇਂ ਹੀ ਹੈ ਕਿ ਦੋਨੋਂ ਨੂੰ ਸਟੋਪ ਕਰ ਰਹੇ ਹਾਂ, ਤਾਂ ਸਟੋਪ ਕਰਨ ਦੇ ਲਈ ਦੀਵਾਰ ਨੂੰ, ਜੋ ਦੀਵਾਰ ਸਟੋਪ ਕਰ ਰਹੀ ਹੈ, ਫੋਰਸ ਅਪਲਾਈ ਕਰ ਰਹੀ ਹੈ ਬੁਲਟ ਨੂੰ ਰੋਕਣ ਦੇ ਲਈ, ਤਾਂ ਉਹਨੂੰ ਬਹੁਤ ਜ਼ਿਆਦਾ ਫੋਰਸ ਲਗਾਉਣਾ ਪਏਗਾ ਕਿਉਂਕਿ ਇੱਥੇ ਸਪੀਡ ਦਾ ਡਿਫਰੈਂਸ ਹੈ ਜੀ, ਠੀਕ ਹੈ। ਅਤੇ ਫਸਟ ਕੇਸ ਦੇ ਵਿੱਚ ਅਸੀਂ ਮਾਸ ਦਾ
ਇਫੈਕਟ ਦੱਸਿਆ ਸੇਮ ਸਪੀਡ ਰੱਖ ਕੇ। ਦੂਜੇ ਕੇਸ ਦੇ ਵਿੱਚ ਅਸੀਂ ਮਾਸ ਸੇਮ ਰੱਖਿਆ ਕਿ ਸੇਮ ਬੁਲਟ ਹੈ ਬਟ ਸਪੀਡ ਦਾ ਡਿਫਰੈਂਸ ਹੈ। ਠੀਕ ਹੈ, ਤਾਂ ਦੋਨੋਂ ਚੀਜ਼ਾਂ ਕਰਕੇ ਮੋਮੈਂਟਮ ਜੋ ਹੈ ਇਨਕਰੀਜ਼ ਹੁੰਦਾ। ਮੋਮੈਂਟਮ ਦੇ ਵਿੱਚ ਗੱਲ ਆਉਂਦੀ ਡਾਇਰੈਕਸ਼ਨ ਦੀ ਵੀ। ਐਗਜ਼ਾਮਪਲ 3 ਦੇ ਵਿੱਚ ਅਸੀਂ ਕੀ ਅਸਿਊਮ ਕਰ ਰਹੇ ਹਾਂ ਕਿ ਇੱਕ ਪਰਸਨ ਜੋ ਹੈ ਉਹ ਇੱਕ ਸਟੋਨ ਨੂੰ ਧਾਗੇ ਦੇ ਨਾਲ ਬੰਨ੍ਹ ਕੇ ਤੇ ਘੁਮਾ ਰਿਹਾ। ਠੀਕ ਹੈ, ਸਰਕਲ ਦੇ ਵਿੱਚ ਇੱਕ ਸਟੋਨ ਹੈ, ਉਸ ਨੂੰ ਧਾਗੇ ਦੇ ਨਾਲ ਬੰਨ੍ਹ ਕੇ ਤੇ ਘੁਮਾਇਆ ਜਾ ਰਿਹਾ। ਹੁਣ ਜਦੋਂ ਘੁਮਾਇਆ ਜਾ ਰਿਹਾ ਉਸ ਨੂੰ, ਸਟੋਨ ਦਾ ਮਾਸ m ਹੈ, ਵੈਲੋਸਿਟੀ ਸਿਰਫ ਡਾਇਰੈਕਸ਼ਨ ਦੇ ਵਿੱਚ ਚੇਂਜ ਕਰ ਰਹੀ ਹੈ। ਮਤਲਬ ਇੱਥੇ ਵੈਲੋਸਿਟੀ ਦੀ ਡਾਇਰੈਕਸ਼ਨ ਇਹ ਵਾਲੀ ਹੈ, ਜਦੋਂ ਇੱਥੇ ਜਾਏਗਾ ਜੀ ਸਟੋਨ, ਠੀਕ ਹੈ, ਤਾਂ ਉਸਦੀ ਡਾਇਰੈਕਸ਼ਨ ਜੋ ਹੈ ਇਹ ਵਾਲੀ ਹੋਏਗੀ। ਡਾਇਰੈਕਸ਼ਨ ਚੇਂਜ ਕਰ ਰਹੀ ਹੈ ਸਿਰਫ ਵੈਲੋਸਿਟੀ ਦੀ। ਸਪੀਡ ਹੈ ਉਹ ਚੇਂਜ ਨਹੀਂ ਕਰ ਰਹੀ, ਸਪੀਡ ਕਾਂਸਟੈਂਟ ਹੈ, ਤਾਂ ਸਿਰਫ ਡਾਇਰੈਕਸ਼ਨ ਚੇਂਜ ਕਰ ਰਹੀ ਹੈ। ਤਾਂ ਜੇ ਪਰਸਨ ਫੋਰਸ ਨਹੀਂ ਲਗਾਏਗਾ, ਸਪੋਜ਼ ਕਰੋ ਛੱਡ ਦਿੰਦਾ ਹੈ ਸਟਰਿੰਗ ਨੂੰ, ਤਾਂ ਸਟੋਨ ਕਿਹੜੇ ਪਾਸੇ ਜਾਏਗਾ ਜੀ? ਇਸ ਪਾਸੇ ਵੱਲ ਜਾਏਗਾ। ਇਸ ਦਾ ਮਤਲਬ ਉਸਦੀ ਡਾਇਰੈਕਸ਼ਨ ਚੇਂਜ ਕਰਨ ਲਈ, ਮੋਮੈਂਟਮ ਦੀ ਸਿਰਫ ਡਾਇਰੈਕਸ਼ਨ ਚੇਂਜ ਕਰਨੀ ਹੈ, ਉਹਦੇ ਲਈ ਵੀ ਫੋਰਸ ਚਾਹੀਦਾ ਹੈ। ਗੱਲ ਸਮਝ ਲੱਗੀ? ਚਲੋ ਸਪੀਡ ਜੇ ਜ਼ਿਆਦਾ ਤੇ मूव करवाएगा तो ज़्यादा फोर्स चाहिए, नेचुरली है, ठीक है ना। तो फोर्स इज ऑल्सो नेसेसरी टू चेंज डायरेक्शन ऑफ मोमेंटम कि लीनियर मोमेंटम की डायरेक्शन जी है, स्टोन की वेलोसिटी की डायरेक्शन चेंज कर रहा है, मतलब लीनियर मोमेंटम की डायरेक्शन जो है वो चेंज कर रहे हैं। गल समझ लग रही है कि फोर्स इज नेसेसरी टू चेंज द डायरेक्शन ऑफ लीनियर मोमेंटम, कि वो लीनियर मोमेंटम की डायरेक्शन जी है वो चेंज कर रहे हैं, ठीक है। तो फिर इन्हां ते बेस्ड असी ये गल समझा सकते हैं कि जिथे मोमेंटम ज़्यादा चेंज करेगा वी नीड हायर फोर्स, ग्रेटर फोर्स चाहिए है जी। तो इस ते बेस्ड असी न्यूटन सैकेंड लॉ नूं स्टेट करते हैं। देखो न्यूटन सैकेंड लॉ ऑफ मोशन की स्टेट करता है कि टाइम रेट ऑफ चेंज ऑफ लीनियर मोमेंटम, ये बहुत इंपॉर्टेंट है कि लीनियर मोमेंटम का टाइम के नाल चेंज करना, कि टाइम रेट ऑफ चेंज ऑफ लीनियर मोमेंटम ऑफ बॉडी इज़ डायरैक्टली प्रोपोर्शनल टू फोर्स अप्लाइड, कि जो उसके उपर फोर्स असी अप्लाई करते हैं वो उस मोमेंटम को चेंज करता है, तो उस मोमेंटम के जो चेंज आती है वो फोर्स के डायरैक्टली प्रोपोर्शनल है। तो एंड टेक्स प्लेस इन द डायरैक्शन ऑफ अप्लाइड फोर्स, तो वो मोमेंटम कि डायरैक्शन के चेंज करता है जिस डायरैक्शन के असी फोर्स अप्लाई करांगे। सपोज करो एक कार है रेस्ट से, असी उसके उपर पिछों धक्का लगाने हैं, तो जेडे पासे असी फोर्स लगा रहे हैं मोमेंटम उस डायरैक्शन के ही चेंज करता है ना, तो एंड टेक्स प्लेस इन द डायरैक्शन ऑफ अप्लाइड फोर्स, ठीक है। पहला तो असी टाइम रेट ऑफ चेंज ऑफ लीनियर मोमेंटम की गल करते हैं, मतलब टाइम रेट ऑफ चेंज ऑफ लीनियर मोमेंटम नूं काहदे नाल लिखते हैं? डी पी बाय डी टी नाल। पी हुंदा जी मोमेंटम, तो डी पी का मतलब चेंज इन मोमेंटम, ठीक है, तो डी टी का मतलब टाइम टेकन, तो ये हो गया जी चेंज इन मोमेंटम। असी मोमेंटम भी कह दिंदे तो लीनियर मोमेंटम भी कह दिंदे, इक्को ही गल है। तो डी टी की हो गया किन्ने टाइम दे विच मोमेंटम चेंज किया, स्मॉल अमाउंट ऑफ मोमेंटम चेंज, तो ये किंदे डायरैक्टली प्रोपोर्शनल है जी? फोर्स दे। तो ये स्टेटमेंट है जी मैथेमैटिकली जे असीं देखिए तो एफ इज इक्वल टू डी पी बाय डी टी, ठीक है। टी पी का मतलब है चेंज इन मोमेंटम, तो डी टी का मतलब है टाइम टेकन, स्मॉल मोमेंटम डिवाइडेड बाय स्मॉल चेंज इन टाइम, ठीक है। जो असीं प्रोपोर्शनलिटी का साइन हटाने हैं तो नाल एक कॉन्स्टेंट लग जाता है जी के डी पी बाय डी टी, ठीक है। इत्थे जो के की वैल्यू है दैट इज़ 1, ठीक है। जो असीं सिस्टम डिस्कस कर रहे हैं एस आई सिस्टम तो सी जी सिस्टम, तो एफ किस दे इक्वल बन जाएगा? एफ इज इक्वल टू डी पी बटे डी टी। जे असीं पी की वैल्यू पुट कर दिए, सानू पता है जी वी नो असीं हुणे कीता है कि मोमेंटम पी इज इक्वल टू एम वी, एफ किस दे इक्वल बनेगा? एफ इज इक्वल टू डी बाय डी टी ऑफ मास इंटू वेलोसिटी। हुण देखो टाइम दे नाल कौन चेंज कर रहा है? मास तो नहीं चेंज कर रहे ना, मास इज कॉन्स्टेंट, तो मास डेरिवेटिव तो बाहर आ जाता है, ठीक है। तो मास बाहर आ जाएगा जी, मास नहीं चेंज करेगा, वेलोसिटी ने ही चेंज करना है टाइम दे नाल, ठीक है। जो बॉडी का मास कॉन्स्टेंट है वी कैन टेक इट आउटसाइड। तो डी वी बाय डी टी टाइम रेट ऑफ चेंज ऑफ वेलोसिटी की होंगी है? ये होंगी है जी एक्सेलरेशन, तो इसनूं असीं लिख सकते हैं एम इंटू ए, ठीक है। कारण की है जी? बिकॉज डी वी बाय डी टी इज़ एक्सेलरेशन ऑफ बॉडी,
ਤਾਂ ਜੋ ਨਿਊਟਨ ਸੈਕੰਡ ਲਾ ਹੈ ਉਹ ਦੱਸਦਾ ਹੈ ਕਿ ਜੇ ਅਸੀਂ ਮਾਸ m ਦੇ ਉੱਪਰ ਫੋਰਸ ਲਗਾ ਰਹੇ ਹਾਂ F ਤਾਂ ਉਹਦੇ ਵਿੱਚ ਇਹ ਐਕਸਲਰੇਸ਼ਨ ਪ੍ਰੋਡਿਊਸ ਹੋਏਗਾ। ਠੀਕ ਹੈ, ਜਿਹੜੀ ਅਸੀਂ ਕਾਰ ਦੀ ਗੱਲ ਕੀਤੀ ਸੀ ਸਟਾਰਟਿੰਗ ਦੇ ਵਿੱਚ, ਇਹ ਵਾਲੇ ਦੋ ਕੇਸ ਜੀ, ਕਿ ਜੇ ਕਾਰ ਦੇ ਉੱਪਰ ਨੈਟ ਫੋਰਸ ਜ਼ੀਰੋ ਨਹੀਂ ਹੋਏਗਾ, ਮਤਲਬ ਫੋਰਸ ਲੱਗੇਗਾ, ਠੀਕ ਹੈ, ਨੈਟ ਫੋਰਸ ਲੱਗੇਗਾ ਤਾਂ ਕਾਰ ਦੇ ਵਿੱਚ ਐਕਸਲਰੇਸ਼ਨ ਪ੍ਰੋਡਿਊਸ ਹੋਏਗਾ, ਉਸ ਦੀ ਸਪੀਡ ਵਧੇਗੀ, ਜਾਂ ਜੇ ਫੋਰਸ ਆਪੋਜ਼ਿਟ ਡਾਇਰੈਕਸ਼ਨ 'ਚ ਲੱਗੇਗਾ ਤਾਂ ਘਟੇਗੀ। ਠੀਕ ਹੈ, ਨੈਟ ਫੋਰਸ ਲੱਗੇਗਾ ਤਾਂ ਐਕਸਲਰੇਸ਼ਨ ਜਾਂ ਡੀ ਐਕਸਲਰੇਸ਼ਨ ਪ੍ਰੋਡਿਊਸ ਹੋਏਗਾ। ਇਹੀ ਗੱਲ ਇੱਥੇ ਅਸੀਂ ਕਰ ਰਹੇ ਹਾਂ ਜੀ। ਠੀਕ ਹੈ, F = ma, ਮਤਲਬ ਇਹ ਨਿਊਟਨ ਲਾ ਦੀ ਸਟੇਟਮੈਂਟ ਹੈ ਜੀ। ਦਿਸ ਇਜ਼ ਫਸਟ ਇਨ ਟਰਮਸ ਆਫ ਚੇਂਜ ਆਫ ਮੋਮੈਂਟਮ ਤੇ ਸੈਕਿੰਡ ਇਨ ਟਰਮਸ ਆਫ ਐਕਸਲਰੇਸ਼ਨ। ਤੇ ਜੇ ਤੁਸੀਂ F = ma ਲਿਖਦੇ ਹੋ ਤਾਂ ਉਹਦੇ ਵਿੱਚ ਨਿਊਟਨ ਸੈਕੰਡ ਲਾ ਕੰਪਲੀਟਲੀ ਡਿਸਕ੍ਰਾਈਬ ਹੋ ਜਾਂਦਾ। ਠੀਕ ਹੈ, ਹੁਣ ਅਸੀਂ ਜੇ ਗੱਲ ਕਰੀਏ ਬਈ ਵੈਕਟਰ ਫਾਰਮ, ਤਾਂ ਇਨ ਵੈਕਟਰ ਫਾਰਮ ਵੀ ਅਸੀਂ ਲਿਖ ਸਕਦੇ ਹਾਂ, ਕਿਉਂਕਿ ਮੋਮੈਂਟਮ ਵੀ ਵੈਕਟਰ ਕੁਆਂਟਿਟੀ ਤੇ ਫੋਰਸ ਵੀ ਵੈਕਟਰ ਕੁਆਂਟਿਟੀ ਹੈ। ਤਾਂ ਵੈਕਟਰ ਫਾਰਮਸ ਕਿਵੇਂ ਲਿਖਾਂਗੇ? F = dp/dt। ਠੀਕ ਹੈ, ਜਾਂ ਅਸੀਂ ਲਿਖਾਂਗੇ ਜੀ ਔਰ F ਵੈਕਟਰ = ma। ਮਾਸ ਇਜ਼ ਸਕੇਲਰ ਕੁਆਂਟਿਟੀ, ਮਾਸ ਦੇ ਉੱਪਰ ਵੈਕਟਰ ਨਹੀਂ ਪਾ ਦੇਣਾ। ਠੀਕ ਹੈ, ਹੁਣ ਅਸੀਂ ਗੱਲ ਕਰਦੇ ਹਾਂ ਜੀ ਯੂਨਿਟਸ ਆਫ ਫੋਰਸ। ਤਾਂ SI ਯੂਨਿਟਸ ਆਫ ਫੋਰਸ ਕੀ ਹੁੰਦੇ ਆ? ਫਸਟ ਯੂਨਿਟ ਦੇ ਵਿੱਚ ਅਸੀਂ ਥੋੜ੍ਹੀ ਬਹੁਤ ਯੂਨਿਟਸ ਦੀ ਗੱਲ ਕੀਤੀ ਸੀ। ਜੇ F = ma ਲੈਂਦੇ ਹਾਂ ਤਾਂ ਯੂਨਿਟਸ ਡਿਫਾਈਨ ਕਰਨ ਲਈ ਅਸੀਂ ਯੂਨਿਟ ਮਾਸ ਲੈ ਲੈਂਦੇ ਹਾਂ। ਮਾਸ ਇਜ਼ 1 ਕਿਲੋਗ੍ਰਾਮ ਸਪੋਜ਼ ਕਰੋ, ਤੇ SI ਸਿਸਟਮ ਦੇ ਵਿੱਚ ਯੂਨਿਟ ਐਕਸਲਰੇਸ਼ਨ 1 ਮੀਟਰ/ਸੈਕਿੰਡ²। ਠੀਕ ਹੈ, ਮਤਲਬ ਜੇ ਇੱਕ ਬੋਡੀ ਤੇ ਫੋਰਸ ਲੱਗ ਰਿਹਾ ਹੈ 1 ਕਿਲੋਗ੍ਰਾਮ ਦੀ ਬੋਡੀ ਨੂੰ ਮੂਵ ਅਸੀਂ ਕਰਵਾ ਰਹੇ ਹਾਂ 1 ਮੀਟਰ/ਸੈਕਿੰਡ² ਦੇ ਐਕਸਲਰੇਸ਼ਨ ਨਾਲ। ਠੀਕ ਹੈ, ਤਾਂ ਜੋ ਇਸ ਦੇ ਵਿੱਚ ਫੋਰਸ ਹੈ ਉਹ ਹੈ 1 ਕਿਲੋਗ੍ਰਾਮ/ਮੀਟਰ/ਸੈਕਿੰਡ²। ਉਸ ਨੂੰ ਅਸੀਂ ਕਹਿ ਦਿੰਦੇ ਹਾਂ ਜੀ 1 ਨਿਊਟਨ। ਤਾਂ ਇਹ 1 ਨਿਊਟਨ ਦਾ ਫੋਰਸ ਹੈ। ਠੀਕ ਹੈ, ਜਿਸ ਨੂੰ ਅਸੀਂ 1n ਨਾਲ ਰਿਪਰੈਜ਼ੈਂਟ ਕਰਦੇ ਹਾਂ। 1n = 1 ਕਿਲੋਗ੍ਰਾਮ/ਮੀਟਰ/ਸੈਕਿੰਡ²। ਤਾਂ ਦਿਸ ਇਜ਼ 1 ਨਿਊਟਨ। ਤਾਂ 1 ਨਿਊਟਨ ਨੂੰ ਕਿਵੇਂ ਡਿਫਾਈਨ ਕਰਾਂਗੇ? ਤਾਂ 1 ਨਿਊਟਨ ਇਜ਼ ਅ ਫੋਰਸ ਵਿਚ ਵੈਨ ਅਪਲਾਈਡ ਔਨ ਬੋਡੀ ਆਫ ਮਾਸ 1 kg ਮੂਵ 1 ਮੀਟਰ/ਸੈਕਿੰਡ²। ਠੀਕ ਹੈ, ਤੇ ਜੇ ਅਸੀਂ CGS ਸਿਸਟਮ ਦੀ ਗੱਲ ਕਰਦੇ ਹਾਂ ਤਾਂ CGS ਸਿਸਟਮ ਦੇ ਵਿੱਚ F = ma। ਠੀਕ ਹੈ, ਮਾਸ ਅਸੀਂ ਲੈਂਦੇ ਹਾਂ ਜੀ 1 ਗ੍ਰਾਮ ਦਾ, ਤੇ ਉਹਦੇ ਵਿੱਚ ਐਕਸਲਰੇਸ਼ਨ ਪ੍ਰੋਡਿਊਸ ਹੁੰਦਾ ਹੈ 1 ਸੈਂਟੀਮੀਟਰ/ਸੈਕਿੰਡ² ਦਾ, ਕਿਉਂਕਿ CGS ਸਿਸਟਮ ਦੇ ਵਿੱਚ ਸੈਂਟੀਮੀਟਰ/ਸੈਕਿੰਡ 'ਚ ਗੱਲ ਕਰਦੇ ਹਾਂ ਅਸੀਂ। ਤਾਂ ਜਿਹੜਾ ਫੋਰਸ ਆ ਉਹਨੂੰ ਕਿਹਾ ਜਾਂਦਾ ਜੀ ਡਾਈਨ, DYNE, ਡਾਈਨ। ਤਾਂ 1 ਡਾਈਨ ਦਾ ਜੋ ਫੋਰਸ ਹੈ ਉਹ ਲੱਗਦਾ ਜੀ। ਤਾਂ 1 ਡਾਈਨ = 1 ਗ੍ਰਾਮ ਸੈਂਟੀਮੀਟਰ/ਸੈਕਿੰਡ²। ਕਲੀਅਰ? ਤਾਂ ਨੈਕਸਟ ਟੌਪਿਕ ਦੇ ਵਿੱਚ ਅਸੀਂ ਨਿਊਟਨ ਤੇ ਡਾਈਨ ਦੇ ਵਿੱਚ ਰਿਲੇਸ਼ਨ ਦੀ ਗੱਲ ਕਰਾਂਗੇ ਕਿ ਵਾਟ ਇਜ਼ ਰਿਲੇਸ਼ਨ ਬਿਟਵੀਨ ਨਿਊਟਨ ਐਂਡ ਡਾਈਨ, ਤੇ ਨਿਊਟਨ ਥਰਡ ਲਾਅ ਨੂੰ ਐਕਸਪਲੇਨ ਕਰਾਂਗੇ। ਠੀਕ ਹੈ, ਤਾਂ ਆਈ ਹੋਪ ਕਿ ਤੁਹਾਨੂੰ ਨਿਊਟਨ ਫਸਟ ਲਾਅ ਤੇ ਨਿਊਟਨ ਸੈਕਿੰਡ ਲਾਅ ਜੋ ਹੈ ਉਹ ਸਮਝ ਲੱਗ ਗਏ ਹੋਣਗੇ। ਸੋ ਆਲ ਦਾ ਬੈਸਟ, ਹੈਵ ਅ ਨਾਈਸ ਡੇ।